ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਮੇਰੇ ਚੈਨਲ ETT ਪੇਪਰ 2 'ਤੇ। ਅੱਜ ਮੈਂ ਤੁਹਾਡੇ ਲਈ ਪੰਜਾਬੀ ਦੇ ਟੌਪਿਕ ਵਿਆਕਰਨ ਦੇ ਧੁਨੀ ਬੋਧ ਦੇ ਭਾਗ ਪਹਿਲਾ ਦੇ MCQ ਲੈ ਕੇ ਹਾਜ਼ਰ ਹੋਇਆ ਹਾਂ। ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗੀ। ਜੇਕਰ ਤੁਸੀਂ ਪੰਜਾਬੀ ਭਾਸ਼ਾ ਅਤੇ ਉਪਭਾਸ਼ਾ ਨਾਲ ਸੰਬੰਧਿਤ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਦੇਖ ਸਕਦੇ ਹੋ। ਅੱਜ ਅਸੀਂ ਸ਼ੁਰੂ ਕਰਦੇ ਹਾਂ। ਵਿਆਕਰਨ ਦਾ ਟੌਪਿਕ ਹੈ ਜੋ ਧੁਨੀ ਬੋਧ। ਆਓ ਸ਼ੁਰੂ ਕਰਦੇ ਹਾਂ ਪ੍ਰਸ਼ਨ ਨੰਬਰ 1 ਤੋਂ। ਆਵਾਜ਼ਾਂ ਜਾਂ ਧੁਨੀਆਂ ਨੂੰ ਲਿਖਤੀ ਰੂਪ ਦੇਣ ਲਈ ਕਿਹੜੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ? ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨਸ ਹਨ ਸ਼ਬਦ, ਵਰਨ ਜਾਂ ਅੱਖਰ, ਵਾਕ, ਉਪਰੋਕਤ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ, ਵਰਨ ਜਾਂ ਅੱਖਰ। ਆਵਾਜ਼ਾਂ ਜਾਂ ਧੁਨੀਆਂ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਵਰਨ ਜਾਂ ਅੱਖਰ। ਇਹ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੁੰਦੇ ਹਨ। ਇਹਨਾਂ ਦੇ ਅੱਗੇ ਟੁਕੜੇ ਨਹੀਂ ਕੀਤੇ ਜਾ ਸਕਦੇ। ਅਗਲਾ ਪ੍ਰਸ਼ਨ, ਅੱਖਰ ਬੋਧ ਅਧੀਨ ਕਿਸ ਦਾ ਅਧਿਐਨ ਕੀਤਾ ਜਾਂਦਾ ਹੈ? ਵਾਕਾਂ ਦਾ, ਸ਼ਬਦਾਂ ਦਾ, ਅੱਖਰਾਂ ਦਾ, ਉਪਰੋਕਤ ਸਾਰੇ। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, ਅੱਖਰਾਂ ਦਾ। ਅੱਖਰ ਬੋਧ ਅਧੀਨ ਅੱਖਰਾਂ ਦਾ ਅਧਿਐਨ ਕੀਤਾ ਜਾਂਦਾ ਹੈ। ਅਗਲਾ ਪ੍ਰਸ਼ਨ, ਗੁਰਮੁਖੀ ਲਿਪੀ ਵਿੱਚ ਕਿੰਨੇ ਅੱਖਰ ਜਾਂ ਵਰਨ ਹਨ? ਆਪਸ਼ਨਸ ਹਨ 26, 40, 34 ਜਾਂ ਫਿਰ 35। ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ, 35। ਗੁਰਮੁਖੀ ਲਿਪੀ ਵਿੱਚ 35 ਅੱਖਰ ਜਾਂ ਵਰਨ ਹਨ। ਅਗਲਾ ਪ੍ਰਸ਼ਨ, ਧੁਨੀ ਦਾ ਕੀ ਅਰਥ ਹੈ? ਆਪਸ਼ਨਸ ਹਨ ਆਵਾਜ਼, ਵਰਨ, ਧੁਨੀ, ਉਪਰੋਕਤ ਕੋਈ ਨਹੀਂ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ, ਆਵਾਜ਼। ਧੁਨੀ ਦਾ ਕੀ ਅਰਥ ਹੈ? ਆਵਾਜ਼। ਅਗਲਾ ਪ੍ਰਸ਼ਨ, ਲਿਪੀ ਕਿਸ ਨੂੰ ਕਿਹਾ ਜਾਂਦਾ ਹੈ? ਸ਼ਬਦਾਂ ਨੂੰ, ਵਾਕਾਂ ਨੂੰ, ਅੱਖਰਾਂ ਦੇ ਇਕੱਠ ਨੂੰ, ਉਪਰੋਕਤ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, ਅੱਖਰਾਂ ਦੇ ਇਕੱਠ ਨੂੰ ਲਿਪੀ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ? ਗੁਰਮੁਖੀ, ਦੇਵਨਾਗਰੀ, ਫਾਰਸੀ, ਰੋਮਨ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ, ਗੁਰਮੁਖੀ। ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ? ਗੁਰਮੁਖੀ। ਅਗਲਾ ਪ੍ਰਸ਼ਨ, ਗੁਰਮੁਖੀ ਲਿਪੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਦੇਵਨਾਗਰੀ, 35, ਦੋਵੇਂ ਜਾਂ ਫਿਰ ਕੋਈ ਨਹੀਂ। ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ, 35। ਗੁਰਮੁਖੀ ਲਿਪੀ ਨੂੰ 35 ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ, ਪੰਜਾਬੀ ਭਾਸ਼ਾ ਵਿੱਚ ਕਿਹੜੀਆਂ ਹੋਰ ਭਾਸ਼ਾਵਾਂ ਦੇ ਸ਼ਬਦਾਂ ਦਾ ਰਲਾਅ ਹੈ? ਉਰਦੂ, ਸੰਸਕ੍ਰਿਤ, ਅੰਗਰੇਜ਼ੀ, ਉਪਰੋਕਤ ਸਾਰੇ। ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ, ਉਪਰੋਕਤ ਸਾਰੇ। ਪੰਜਾਬੀ ਭਾਸ਼ਾ ਦੇ ਵਿੱਚ ਉਰਦੂ, ਸੰਸਕ੍ਰਿਤ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਸ਼ਬਦਾਂ ਦਾ ਰਲਾਅ ਹੈ। ਅਗਲਾ ਪ੍ਰਸ਼ਨ, ਪੰਜਾਬੀ ਭਾਸ਼ਾ ਵਿੱਚ ਸਹੀ ਉਚਾਰਨ ਲਈ ਇਸ ਵਿੱਚ ਕਿੰਨੇ ਨਵੇਂ ਅੱਖਰਾਂ ਨੂੰ ਜੋੜਿਆ ਗਿਆ ਹੈ? ਆਪਸ਼ਨਸ ਹਨ 7, 9, 6, 8। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, 6। ਪੰਜਾਬੀ ਭਾਸ਼ਾ ਵਿੱਚ ਸਹੀ ਉਚਾਰਨ ਲਈ ਇਸ ਵਿੱਚ 6 ਨਵੇਂ ਅੱਖਰਾਂ ਨੂੰ ਜੋੜਿਆ ਗਿਆ ਹੈ। ਉਹ ਕਿਹੜੇ ਹਨ 6 ਨਵੇਂ ਅੱਖਰ? ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਅਤੇ ਲੱਲੇ ਪੈਰ ਬਿੰਦੀ। ਅਗਲਾ ਪ੍ਰਸ਼ਨ, ਪੰਜਾਬੀ ਭਾਸ਼ਾ ਵਿੱਚ ਨਵੇਂ ਜੋੜੇ ਅੱਖਰਾਂ ਨੂੰ ਕਿਹੜੇ ਅੱਖਰ ਕਿਹਾ ਜਾਂਦਾ ਹੈ? ਦੁੱਤ ਅੱਖਰ, ਪੈਰੀ ਬਿੰਦੀ ਵਾਲੇ ਅੱਖਰ, ਵਰਨ, ਉਪਰੋਕਤ ਵਿੱਚੋਂ ਕੋਈ ਨਹੀਂ। ਜਿਵੇਂ ਕਿ ਅਸੀਂ ਇਸ ਤੋਂ ਪਹਿਲੇ ਕੁਐਸਚਨ ਦੇ ਵਿੱਚ ਪੜ੍ਹਿਆ ਹੈ। ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ, ਪੈਰੀ ਬਿੰਦੀ ਵਾਲੇ ਅੱਖਰ। ਪੰਜਾਬੀ ਭਾਸ਼ਾ ਵਿੱਚ ਨਵੇਂ ਜੋੜੇ ਅੱਖਰਾਂ ਨੂੰ ਪੈਰੀ ਬਿੰਦੀ ਵਾਲੇ ਅੱਖਰ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਕਿਸੇ ਲਿਪੀ ਦੇ ਅੱਖਰਾਂ ਨੂੰ ਜਦੋਂ ਤਰਤੀਬਵਾਰ ਲਿਖਿਆ ਜਾਂਦਾ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਵਰਨਮਾਲਾ, ਲਿਪੀ, ਭਾਸ਼ਾ, ਉਪਰੋਕਤ ਸਾਰੇ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ, ਵਰਨਮਾਲਾ। ਅਗਲਾ ਪ੍ਰਸ਼ਨ, ਗੁਰਮੁਖੀ ਵਰਨਮਾਲਾ ਦੇ ਅੱਖਰਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ? 6, 7, 9
8। ਇਸ ਦਾ ਸਹੀ ਉੱਤਰ ਹੈ 8, ਆਪਸ਼ਨ ਡੀ। ਗੁਰਮੁਖੀ ਵਰਨਮਾਲਾ ਦੇ ਅੱਖਰਾਂ ਨੂੰ 8 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਉਹ 8 ਭਾਗ ਕਿਹੜੇ ਹਨ? ਮੁੱਖ ਵਰਗ, ਕਵਰਗ, ਚਵਰਗ, ਟਵਰਗ, ਤਵਰਗ, ਪਵਰਗ, ਅੰਤਿਮ ਵਰਗ ਅਤੇ ਨਵੀਨ ਵਰਗ। ਅਗਲਾ ਪ੍ਰਸ਼ਨ ਹੈ, ਨਵੀਨ ਵਰਗ ਅਧੀਨ ਕਿੰਨੇ ਅੱਖਰ ਆਉਂਦੇ ਹਨ? ਆਪਸ਼ਨਸ ਹਨ 5, 4, 6, 3। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ 6। ਨਵੀਨ ਵਰਗ ਦੇ ਅਧੀਨ 6 ਅੱਖਰ ਆਉਂਦੇ ਹਨ। ਉਹ ਕਿਹੜੇ ਹਨ? ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਅਤੇ ਲੱਲੇ ਪੈਰ ਬਿੰਦੀ। ਅਗਲਾ ਪ੍ਰਸ਼ਨ ਹੈ, ਈੜੀ, ਸੱਸਾ ਅਤੇ ਹਾਹਾ ਗੁਰਮੁਖੀ ਵਰਨਮਾਲਾ ਦੇ ਕਿਹੜੇ ਵਰਗ ਵਿੱਚ ਸ਼ਾਮਿਲ ਹਨ? ਅੰਤਮ ਵਰਗ, ਮੁੱਖ ਵਰਗ, ਨਵੀਨ ਵਰਗ ਜਾਂ ਫਿਰ ਚਵਰਗ। ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ, ਮੁੱਖ ਵਰਗ, ਜੋ ਕਿ ਇਸ ਦਾ ਪਹਿਲਾ ਵਰਗ ਹੈ। ਉਸ ਦੇ ਵਿੱਚ ਇਹ ਅੱਖਰ ਸ਼ਾਮਿਲ ਹਨ ਈੜੀ, ਸੱਸਾ ਅਤੇ ਹਾਹਾ। ਅਗਲਾ ਪ੍ਰਸ਼ਨ ਹੈ, ਗੁਰਮੁਖੀ ਵਰਨਮਾਲਾ ਦੇ ਤਵਰਗ ਵਿੱਚ ਕਿਹੜੇ ਅੱਖਰ ਆਉਂਦੇ ਹਨ? ਤੱਤਾ, ਥੱਥਾ, ਦੱਦਾ, ਬੱਬਾ, ਭੱਬਾ, ਨੰਨਾ, ਯਈਆ, ਸੱਸਾ, ਸੱਸੇ ਪੈਰ ਬਿੰਦੀ, ਜੱਜਾ, ਕੱਕਾ, ਖੱਖਾ, ਗੱਗਾ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ, ਤੱਤਾ, ਥੱਥਾ, ਦੱਦਾ। ਗੁਰਮੁਖੀ ਵਰਨਮਾਲਾ ਦੇ ਤਵਰਗ ਵਿੱਚ ਤੱਤਾ, ਥੱਥਾ, ਦੱਦਾ ਅੱਖਰ ਆਉਂਦੇ ਹਨ। ਅਗਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਵਰਗ ਪੰਜਾਬੀ ਵਰਨਮਾਲਾ ਦੇ ਅਖੀਰ ਵਿੱਚ ਆਉਂਦਾ ਹੈ? ਅੰਤਿਮ ਵਰਗ, ਮੁੱਖ ਵਰਗ, ਨਵੀਨ ਵਰਗ, ਉਪਰੋਕਤ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, ਨਵੀਨ ਵਰਗ। ਨਵੀਨ ਵਰਗ ਹੈ ਜੋ ਵਰਨਮਾਲਾ ਦੇ ਅਖੀਰ ਵਿੱਚ ਆਉਂਦਾ ਹੈ। ਅਗਲਾ ਪ੍ਰਸ਼ਨ ਹੈ, ਗੁਰਮੁਖੀ ਵਰਨਮਾਲਾ ਦੇ ਟਵਰਗ ਵਿੱਚ ਕਿਹੜੇ ਅੱਖਰ ਆਉਂਦੇ ਹਨ? ਠੱਠਾ, ਡੱਡਾ, ਢੱਡਾ, ਪੱਪਾ, ਫੱਫਾ, ਬੱਬਾ, ਤੱਤਾ, ਖੱਖਾ, ਦੱਦਾ, ਯਈਆ, ਰਾਲਾ, ਲੱਲਾ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ, ਠੱਠਾ, ਡੱਡਾ, ਢੱਡਾ। ਇਹਨਾਂ ਦੇ ਵਿੱਚੋਂ ਠੱਠਾ, ਡੱਡਾ, ਢੱਡਾ ਹੈ ਜੋ ਟਵਰਗ ਵਿੱਚ, ਗੁਰਮੁਖੀ ਵਰਨਮਾਲਾ ਦੇ ਟਵਰਗ ਵਿੱਚ ਆਉਂਦੇ ਹਨ। ਅਗਲਾ ਪ੍ਰਸ਼ਨ 18ਵਾਂ, ਲੱਲਾ, ਵਾਵਾ ਅਤੇ ੜਾੜਾ ਵਰਨ ਕਿਸ ਵਰਗ ਵਿੱਚ ਆਉਂਦੇ ਹਨ? ਨਵੀਨ ਵਰਗ, ਕਵਰਗ, ਮੁੱਖ ਵਰਗ, ਅੰਤਿਮ ਵਰਗ। ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ, ਅੰਤਿਮ ਵਰਗ। ਲੱਲਾ, ਵਾਵਾ ਅਤੇ ੜਾੜਾ ਅੰਤਿਮ ਵਰਗ ਵਿੱਚ ਆਉਂਦੇ ਹਨ। ਅਗਲਾ ਪ੍ਰਸ਼ਨ ਹੈ, ਗੁਰਮੁਖੀ ਵਰਨਮਾਲਾ ਦੇ ਚਵਰਗ ਵਿੱਚ ਕਿੰਨੇ ਵਰਨ ਆਉਂਦੇ ਹਨ? ਆਪਸ਼ਨਸ ਹਨ 4, 5, 8, 6। ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ, 5। ਗੁਰਮੁਖੀ ਵਰਨਮਾਲਾ ਦੇ ਚਵਰਗ ਵਿੱਚ 5 ਵਰਨ ਜਾਂ ਅੱਖਰ ਆਉਂਦੇ ਹਨ। ਉਹ ਕਿਹੜੇ ਹਨ? ਚੱਚਾ, ਛੱਛਾ, ਜੱਜਾ, ਝੱਜਾ, ਯਈਆਂ। ਅਗਲਾ ਪ੍ਰਸ਼ਨ ਹੈ, ਵਰਨ ਜਾਂ ਅੱਖਰਾਂ ਦੀਆਂ ਕਿੰਨੀਆਂ ਕਿਸਮਾਂ ਹਨ? ਆਪਸ਼ਨਸ ਹਨ 3, 4, 2, ਉਪਰੋਕਤ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, 2। ਵਰਨ ਜਾਂ ਅੱਖਰਾਂ ਦੀਆਂ 2 ਕਿਸਮਾਂ ਹਨ, ਸਵਰ ਅਤੇ ਵਿਅੰਜਨ। ਅਗਲਾ ਪ੍ਰਸ਼ਨ ਹੈ, ਜਿਹੜੇ ਅੱਖਰ ਕਿਸੇ ਹੋਰ ਅੱਖਰ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾ ਸਕਣ ਉਹਨਾਂ ਨੂੰ ਕੀ ਆਖਦੇ ਹਨ? ਆਪਸ਼ਨਸ ਹਨ ਸਵਰ, ਵਿਅੰਜਨ, ਦੁੱਤ ਅੱਖਰ, ਉਪਰੋਕਤ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ, ਸਵਰ। ਸਵਰ ਅਜਿਹੇ ਅੱਖਰ ਹਨ ਜਿਹੜੇ ਹੋਰ ਅੱਖਰਾਂ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾ ਸਕਦੇ ਹਨ। ਅਗਲਾ ਪ੍ਰਸ਼ਨ, ਗੁਰਮੁਖੀ ਵਰਨਮਾਲਾ ਵਿੱਚ ਕਿੰਨੇ ਸਵਰ ਹਨ? ਆਪਸ਼ਨਸ ਹਨ 1, 2, 4, 3। ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ, 3। ਗੁਰਮੁਖੀ ਵਰਨਮਾਲਾ ਵਿੱਚ 3 ਸਵਰ ਹਨ। ਉਹ ਹਨ ਊੜਾ, ਆੜਾ, ਈੜੀ। ਅਗਲਾ ਪ੍ਰਸ਼ਨ ਹੈ, ਜਿਹੜੇ ਅੱਖਰ ਹੋਰਨਾਂ ਅੱਖਰਾਂ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾ ਸਕਣ ਉਹਨਾਂ ਨੂੰ ਕੀ ਆਖਦੇ ਹਨ? ਆਪਸ਼ਨਸ ਹਨ ਸਵਰ, ਵਿਅੰਜਨ, ਦੁੱਤ ਅੱਖਰ, ਉਪਰੋਕਤ, ਸਾਰੇ। ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ, ਵਿਅੰਜਨ। ਜਿਹੜੇ ਅੱਖਰ ਹੋਰਨਾਂ ਅੱਖਰਾਂ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾ ਸਕਦੇ ਹਨ ਉਹਨਾਂ ਨੂੰ ਵਿਅੰਜਨ ਕਹਿੰਦੇ ਹਨ।
ਅਗਲਾ ਪ੍ਰਸ਼ਨ ਹੈ, ਪੰਜਾਬੀ ਭਾਸ਼ਾ ਵਿੱਚ ਸੱਸਾ ਤੋਂ ਰਾੜਾ ਤੱਕ ਅੱਖਰਾਂ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨਸ ਹਨ ਵਿਅੰਜਨ, ਸਵਰ, ਵਰਨਮਾਲਾ, ਧੁਨੀ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ ਵਿਅੰਜਨ। ਪੰਜਾਬੀ ਭਾਸ਼ਾ ਵਿੱਚ ਸੱਸਾ ਤੋਂ ਰਾੜਾ ਤੱਕ ਅੱਖਰਾਂ ਨੂੰ ਵਿਅੰਜਨ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ, ਵਿਅੰਜਨ ਅੱਖਰਾਂ ਨੂੰ ਕਿੰਨੇ ਭਾਗਾਂ ਵਿੱਚ ਵੰਡ ਸਕਦੇ ਹਾਂ? ਆਪਸ਼ਨਸ ਹਨ 3, 4, 2, 5। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ 2। ਅਸੀਂ ਵਿਅੰਜਨ ਅੱਖਰਾਂ ਨੂੰ 2 ਭਾਗਾਂ ਦੇ ਵਿੱਚ ਵੰਡਦੇ ਹਾਂ। ਉਹ ਕਿਹੜੇ ਹਨ? ਅਨੁਨਾਸਿਕ ਅੱਖਰ ਅਤੇ ਦੁੱਤ ਅੱਖਰ। ਅਨੁਨਾਸਿਕ ਅੱਖਰ ਹੁੰਦੇ ਹਨ ਜਿਨ੍ਹਾਂ ਅੱਖਰਾਂ ਦਾ ਉਚਾਰਨ ਨੱਕ ਰਾਹੀਂ ਹੁੰਦਾ ਹੈ, ਉਹਨਾਂ ਨੂੰ ਅਨੁਨਾਸਿਕ ਅੱਖਰ ਆਖਦੇ ਹਾਂ। ਦੁੱਤ ਅੱਖਰ ਕਿਹੜੇ ਹੁੰਦੇ ਹਨ? ਜਿਹੜੇ ਅੱਖਰ 2 ਅੱਖਰਾਂ ਦੇ ਮੇਲ ਤੋਂ ਬਣਦੇ ਹਨ, ਉਹਨਾਂ ਨੂੰ ਦੁੱਤ ਅੱਖਰ ਆਖਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ 26, ਜਿਨ੍ਹਾਂ ਅੱਖਰਾਂ ਦਾ ਉਚਾਰਨ ਨੱਕ ਰਾਹੀਂ ਹੁੰਦਾ ਹੈ, ਉਹਨਾਂ ਨੂੰ ਕਿਹੜੇ ਅੱਖਰ ਆਖਦੇ ਹਾਂ? ਆਪਸ਼ਨਸ ਹਨ ਦੁੱਤ ਅੱਖਰ, ਵਿਅੰਜਨ, ਸਵਰ, ਅਨੁਨਾਸਿਕ ਅੱਖਰ। ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ ਅਨੁਨਾਸਿਕ ਅੱਖਰ। ਜਿਨ੍ਹਾਂ ਅੱਖਰਾਂ ਦਾ ਉਚਾਰਨ ਨੱਕ ਰਾਹੀਂ ਹੁੰਦਾ ਹੈ, ਉਹਨਾਂ ਨੂੰ ਅਨੁਨਾਸਿਕ ਅੱਖਰ ਆਖਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ 27, ਪੰਜਾਬੀ ਭਾਸ਼ਾ ਵਿੱਚ ਕਿੰਨੇ ਅਨੁਨਾਸਿਕ ਅੱਖਰ ਹਨ? ਆਪਸ਼ਨਸ ਹਨ 5, 3, 4, 2। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ 5। ਪੰਜਾਬੀ ਭਾਸ਼ਾ ਦੇ ਵਿੱਚ 5 ਅਨੁਨਾਸਿਕ ਅੱਖਰ ਹਨ। ਉਹ ਹਨ ਔਆਂ, ਯਈਆਂ, ਨਾਣਾ, ਨੱਨਾ ਅਤੇ ਮੰਮਾ। ਅਗਲਾ ਪ੍ਰਸ਼ਨ ਹੈ 28, ਹੇਠ ਲਿਖਿਆਂ ਵਿੱਚੋਂ ਸਵਰ ਅੱਖਰ ਕਿਹੜੇ ਹਨ? ਊੜਾ ਆੜਾ ਈੜੀ, ਕੱਕਾ ਖੱਖਾ ਗੱਗਾ, ਉਪਰੋਕਤ ਸਾਰੇ। ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ ਊੜਾ ਆੜਾ ਈੜੀ। ਇਹਨਾਂ ਨੂੰ ਸਵਰ ਅੱਖਰ ਆਖਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਵਿਅੰਜਨ ਅੱਖਰ ਕਿਹੜੇ ਹਨ? ਊੜਾ ਤੋਂ ਰਾੜਾ ਤੱਕ, ਊੜਾ ਆੜਾ ਈੜੀ, ਸੱਸਾ ਤੋਂ ਲੱਲੇ ਪੈਰ ਬਿੰਦੀ ਤੱਕ, ਸੱਸੇ ਤੋਂ ਰਾੜੇ ਤੱਕ। ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ ਸੱਸੇ ਤੋਂ ਰਾੜੇ ਤੱਕ। ਸੱਸੇ ਤੋਂ ਰਾੜੇ ਤੱਕ ਜਿਹੜੇ ਅੱਖਰ ਨੇ ਉਹਨਾਂ ਨੂੰ ਵਿਅੰਜਨ ਅੱਖਰ ਆਖਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ 30, ਹੇਠ ਲਿਖਿਆਂ ਵਿੱਚੋਂ ਅਨੁਨਾਸਿਕ ਅੱਖਰ ਕਿਹੜੇ ਹਨ? ਊੜਾ ਆੜਾ ਈੜੀ, ਕੱਕਾ ਗੱਗਾ ਖੱਖਾ, ਜਾਂ ਫਿਰ ਯਈਆਂ, ਨਾਣਾ, ਨੱਨਾ, ਉਪਰੋਕਤ ਸਾਰੇ। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ ਯਈਆਂ, ਨਾਣਾ, ਨੱਨਾ। ਇਹ ਜਿਹੜੇ ਤਿੰਨੋਂ ਅੱਖਰ ਨੇ ਇਹ ਕੀ ਹਨ? ਅਨੁਨਾਸਿਕ ਅੱਖਰ ਹਨ। ਇਸ ਦੇ ਨਾਲ ਹੀ ਇਹ ਵੀਡੀਓ ਸਮਾਪਤ ਹੁੰਦੀ ਹੈ। ਅਗਲੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਧੰਨਵਾਦ।